ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਗਨ ਕੇ ਨਾਸ਼ਕ ਬਿਗਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੁਨ ਸੰਗਤ ਨੇ ਹਰਿ ਕੋ ਉਪਾਇਆ। ਸਕਲ ਪੇਵ ਮਨ ਮਹਿ ਲਖ ਪਾਇਆ। ਸ਼੍ਰੀ ਜਮਨਾ ਕੋ ਕਰ ਇਸ਼ਨਾਨਾ। ਆਗੈ ਸਤਿਗੁਰ ਕੀਨ ਧਿਆਨਾ। ਸੁਨ ਸੰਗਤ ਨੇ ਹਰਖ ਉਪਾਇਆ। ਸਕਲ ਭੇਵ ਮਨ ਮਹਿ ਲਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਮਿਹਰਾਮਤਾਂ ਦਾ ਸਾਗਰ
ਦਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਵਨ ਪਵਿੱਤਰ ਸਾਜ ਰਹਿ ਦੀਵਾਨ ਅੰਦਰ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਮਹਾਰਾਜ ਦੀ ਮਿਹਰਾਮਤ ਦੇ ਸਦਕਾ ਪਾਵਨ ਪਵਿੱਤਰ ਘੜੀਆਂ ਦਾ ਆਨੰਦ ਮਾਣਨੇ ਦਾ ਸੁਭਾਗ ਆਪਾਂ ਸਰਬੱਤ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਦੇ ਖੁੱਲੇ ਦਰਸ਼ਨ ਦਿਦਾਰੇ ਕਰਦਿਆਂ ਆਪ ਜੀ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਕਰਦੀ ਕੀਰਤੀ ਸੋਭਾ ਸਰਵਣ ਕਰਨ ਵਾਸਤੇ ਆਪ ਨਿਤਾ ਪ੍ਰਤੀ ਮਹਾਰਾਜ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰਦੇ ਹੋ। ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਵਿੱਚ ਸੁਣਿਆ ਅਰ ਵਿਚਾਰਿਆ ਹੈ। ਤੀਰਥਾਂ ਦੀ ਪੁਕਾਰ ਸੁਣ ਕਰਕੇ ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਗੋਇੰਦਵਾਲ ਸਾਹਿਬ ਤੋਂ ਤੀਰਥ ਯਾਤਰਾ ਨਿਕਲੇ ਹਨ। ਬੇਅੰਤ ਸੰਗਤਾਂ ਗੁਰੂ ਗਰੀਬ ਨਵਾਜ ਦੇ ਸਾਥ ਤੀਰਥਾਂ ਦੀ ਯਾਤਰਾ ਵਾਸਤੇ ਬੜੇ ਉਤਸ਼ਾਹ ਪ੍ਰੇਮ ਦੇ ਨਾਲ ਦਰਸ਼ਨਾਂ ਦੀਆਂ ਪਿਆਸੀਆਂ ਸੰਗਤਾਂ ਮਹਾਰਾਜ ਦੇ ਸਾਥ ਤੀਰਥ ਯਾਤਰਾ ਨੂੰ ਗਏ ਹੈ। ਜਿੱਥੇ ਸਾਧ ਸੰਗਤ ਦੀ ਪਹੋਆ ਨਗਰ ਹੈ, ਇਹ ਪਹੋਏ ਤੀਰਥ ਤੇ ਗੁਰੂ ਗਰੀਬ ਨਵਾਜ ਜੀਆਂ ਜਾ ਡੇਰੇ ਲਾਏ ਔਰ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਆਇਆਂ ਸੁਣ ਕੇ ਲਾਗੇ ਦੀਆਂ ਬੇਅੰਤ ਸੰਗਤਾਂ ਨੇ ਗਰੀਬ ਨਵਾਜ ਦੇ ਖੁੱਲੇ ਦਰਸ਼ਨ ਦਿਦਾਰ ਕੀਤੇ ਹੈ। ਮਹਾਰਾਜ ਪਾਸੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੋਏ ਦਾ ਪ੍ਰਸੰਗ ਮਹਾਰਾਜ ਜੀਆਂ ਸਿੱਖਾਂ ਨੂੰ ਸਾਰਾ ਦੱਸਿਆ ਹੈ ਕਿ ਇੱਥੇ ਕਿਸ ਪ੍ਰਕਾਰ ਦੱਖਣ ਦੇ ਬੇਅੰਤ ਰਿਸ਼ੀ ਮੁਨੀਆਂ ਸਾਧੂਆਂ ਨੇ ਤਪ ਕੀਤਾ ਹੈ। ਇਸ ਲਈ ਇਹ ਥਾਂ ਨੂੰ ਹਿੰਦੂ ਮਤ ਅੰਦਰ ਪਵਿੱਤਰ ਮੰਨਿਆ ਜਾਂਦਾ ਹੈ। ਇੱਥੋਂ ਗੁਰੂ ਗਰੀਬ ਨਵਾਜ ਜਿਹੜਾ ਕੁਰੂਕਸ਼ੇਤਰ ਦਾ ਨਗਰ ਹਿੰਦੂ ਧਰਮ ਅੰਦਰ ਪਵਿੱਤਰ ਮੰਨਿਆ, ਉਸ ਧਰਤੀ ਤੇ ਗਰੀਬ ਨਵਾਜ ਪਹੁੰਚੇ ਹੈ। ਤੋ ਉਸ ਤੀਰਥ ਉੱਪਰ ਜਿੱਥੇ ਜੋਤੀਸਰ ਨਾਵੇਂ ਤੀਰਥ ਹੈ, ਗਰੀਬ ਨਵਾਜ ਜੀਆਂ ਸੰਗਤਾਂ ਸਮੇਤ ਉਸ ਪਾਵਨ ਪਵਿੱਤਰ ਚਰਨ ਪਾ ਕਰਕੇ ਤੀਰਥ ਨੂੰ ਪਵਿੱਤਰ ਕੀਤਾ ਹੈ। ਇੱਥੇ ਸਿੱਖਾਂ ਬੇਨਤੀ ਕੀਤੀ, ਮਹਾਰਾਜ 48 ਕੋ ਤੀਰਥ ਕਿਉਂ ਪਵਿੱਤਰ ਮੰਨਿਆ ਜਾਂਦਾ ਹੈ। ਤੋ ਗੁਰੂ ਗਰੀਬ ਨਵਾਜ ਸਤਿਗੁਰਾਂ ਨੇ ਉਹ ਦੱਸਿਆ ਕਿ ਇੱਥੇ ਕਿਸੇ ਸਮੇਂ ਭਗਵਾਨ ਨਾਰਾਇਣ ਰੂਪ ਹੋ ਕਰਕੇ ਚੌਂਕੜਾ ਲਾ ਬੈਠੇ ਸਨ। ਕਦੋਂ ਬੈਠੇ ਸਨ? ਜਦੋਂ ਇਹ ਸਾਰੀ ਧਰਤੀ ਸੰਸਾਰ ਜਾਂ ਜਿਹੜੀ ਇਹ ਮੇਦਨੀ ਪ੍ਰਿਥਵੀ ਹੋਂਦ ਵਿੱਚ ਨਹੀਂ ਆਈ ਸੀ। ਉਹ ਕਥਾ ਸਾਧ ਸੰਗਤ ਦੀ ਜਿਹੜੀ ਮੇਦਨੀ ਦੇ ਬਾਬਤ ਹੈ, ਉਹ ਜਿਹੜੇ ਭਗਵਾਨ ਵਿਸ਼ਣ ਜਦੋਂ ਹੋਏ ਹੈ, ਇਹ ਸਾਰੀ ਗਾਥਾ ਜਿਹੜੀ ਹੈ ਉਹ ਭਾਗਵਤ ਪੁਰਾਣ ਵਿੱਚ ਆਉਂਦੀ ਹੈ। ਕਵੀ ਸੰਤੋਖ ਸਿੰਘ ਸਾਹਿਬ ਜੀ ਦਾ ਉਲੱਥਾ ਇੱਥੇ ਗੁਰਮੁਖੀ ਵਿੱਚ ਕੀਤਾ ਹੈ ਔਰ ਆਪਣੀ ਵਿੱਦਿਆ ਜਣਾਈ ਹੈ। ਤੋ ਉਹ ਦੋ ਪ੍ਰਸੰਗ ਜਿਹੜੇ ਹੈ ਉਹ ਆਪ ਜੀ ਸੁਧੇ ਹੀ ਸੰਖੇਪ ਸੁਣ ਲਓ। ਇੱਕ ਤਾਂ ਇਹ ਕਿ ਕੁਰੂਕਸ਼ੇਤਰ ਨੂੰ 48 ਕੋ ਪਵਿੱਤਰ ਕਿਉਂ ਮੰਨਿਆ ਜਾਂਦਾ ਹੈ। ਕਹਿੰਦੇ ਜਦੋਂ ਭਗਵਾਨ ਵਿਸ਼ਨੂੰ ਜੀ
ਆਨੰਦ ਮਾਣ ਰਹੇ ਹੈ। ਸ਼ੇਸ਼ ਨਾਗ ਦੀ ਸੇਜਾ ਉੱਪਰ ਬਰਾਜ ਰਹੇ ਸਨ। ਪਾਸ ਬੈਠੀ ਬੀਬੀ ਕਵਲਾ ਦਾਸੀ ਲక్ష్ਮੀ ਚਰਨ ਘੁੱਟ ਰਹੀ ਹੈ। ਉਸ ਸਮੇਂ ਪਰਮੇਸ਼ਰ ਦੀ ਨਾਭੀ ਵਿੱਚੋਂ ਕਮਲ ਉਪਜਿਆ, ਜਿਸ ਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ। ਬ੍ਰਹਮੇ ਨੇ ਚਾਰੇ ਪਾਸੇ ਜਲ ਹੀ ਜਲ ਵੇਖਿਆ ਤੋ ਹੈਰਾਨ ਹੋਇਆ ਕਿ ਮੇਰਾ ਜਨਮ ਕਿੱਥੋਂ ਹੋਇਆ ਹੈ। ਇੱਧਰ ਵਿਸ਼ਨ ਭਗਵਾਨ ਜੀਆਂ ਨੇ ਸੁਤੇ ਹੀ ਕਹਿੰਦੇ ਆਪਣੇ ਕੰਨ ਵਿੱਚ ਉਂਗਲ ਪਾ ਕਰਕੇ ਉਹ ਜਿਵੇਂ ਖਾਜ ਖੁਰਕ ਕਰਦੇ ਐ, ਹਿਲਾਉਂਦਿਆਂ ਉਹ ਮੈਲ ਦਾ ਕਿਣਕਾ ਕੱਢ ਕੇ ਤੇ ਚੀਚੀ ਦੇ ਨਾਲ ਦੀ ਉਂਗਲ ਨਾਲ ਵਗਾ ਕੇ ਸਿੱਟਿਆ, ਜਿੱਥੋਂ ਦੋ ਦੈਂਤ ਮਦ ਅਰ ਕੀਟਬ ਨਾਮ ਦੇ ਪੈਦਾ ਹੋਏ, ਜਿਨ੍ਹਾਂ ਦਾ ਭਾਰੀ ਬਲ ਪ੍ਰਤਾਪ ਹੋਇਆ ਹੈ। ਇਹ ਦੋਵੇਂ ਦੈਂਤ ਜਦੋਂ ਤੁਰਦੇ ਕਿਉਂਕਿ ਉਸ ਸਮੇਂ ਧਰਤੀ ਹੈ ਨਹੀਂ ਸੀ, ਕਹਿੰਦੇ ਜਲ ਹੈ, ਜਲ ਹੀ ਜਲ ਸੀ ਚਾਰੇ ਪਾਸੇ। ਇਹੋ ਜਿਹੀਆਂ ਜਿਹੜੀਆਂ ਸਾਧ ਸੰਗਤ ਦੀਆਂ ਅਣਉਚਿਤ ਗੱਲਾਂ ਜਿਹੜੀਆਂ ਉਹ ਪੁਰਾਣਾਂ ਵਿੱਚ ਲਿਖੀਆਂ, ਤਾਂ ਹੀ ਭਗਤ ਕਬੀਰ ਸਾਹਿਬ ਜੀ ਆਖਿਆ ਸੰਕਾ ਸੁਣ ਵੇਦ ਪੁਰਾਣ, ਵੀ ਵੇਦ ਪੁਰਾਣ ਸੁਣਨ ਦੇ ਨਾਲ ਮਨ ਵਿੱਚ ਸ਼ੰਕੇ ਪੈਦਾ ਹੁੰਦੇ ਆ। ਇਹ ਜਾਣ ਕੇ ਆਪਾਂ ਇਹ ਦੋ ਪ੍ਰਸੰਗ ਛੱਡੇ ਆ, ਜਿਹੜਾ 48 ਤੇ 47 ਅੰਸੂ ਤੋ ਇਸ ਕਰਕੇ ਸਿਰਫ ਆਪ ਸੰਖੇਪ ਹੀ ਸੁਣਨਾ ਕਰੋ। ਤੋ ਉਸ ਸਮੇਂ ਫਿਰ ਮਦ ਕੀਟਬ ਨਾਮ ਦੇ ਦੋ ਦੈਂਤ ਬ੍ਰਹਮੇ ਨੂੰ ਜਦੋਂ ਯੁੱਧ ਕਰਨ ਵਾਸਤੇ ਬ੍ਰਹਮੇ ਨੂੰ ਪਏ ਵੈ, ਇਸ ਨੇ ਪਰਮੇਸ਼ਰ ਦਾ ਧਿਆਨ ਧਰਿਆ। ਫਿਰ ਵਿਸ਼ਨ ਭਗਵਾਨ ਨੇ 5000 ਵਰਾ ਇਹਨਾਂ ਨਾਲ ਯੁੱਧ ਕੀਤਾ, ਉਹ ਨਾ ਹਾਰੇ। ਫਿਰ ਸੂਰਮੇ ਨੂੰ ਦਾਨੀ ਜਣਾ ਕਰਕੇ ਨਾ ਉਹਨਾਂ ਦੋਵਾਂ ਦੇ ਸਿਰ ਲਏ, ਜਿਨ੍ਹਾਂ ਦੇ ਸੀਸ ਸਿਰ ਦੀ ਮਿੱਝ ਤੋਂ ਉਹ ਮਿੱਝ ਪਾਣੀ ਦੇ ਉੱਪਰ ਤਰੀ, ਜਿੱਥੋਂ ਕਹਿੰਦੇ ਧਰਤੀ ਬਣੀ ਹੈ। ਇਹ ਗੁਰਮਤ ਵਿੱਚ ਐਸਾ ਨਹੀਂ ਜਾਣਨਾ ਕਿ ਇਹ ਹਿੰਦੂ ਗ੍ਰੰਥਾਂ ਹਿੰਦੂ ਸਨਾਤਨ ਮੰਨਦੇ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਖਿਆਲ ਮੇਲ ਨਹੀਂ ਖਾਂਦਾ। ਗਰੀਬ ਨਵਾਜ ਜੀਆਂ ਨੇ ਤਾਂ ਸਿੱਧਾ ਗੁਰਸਿੱਖਾਂ ਨੂੰ ਜਪਜੀ ਸਾਹਿਬ ਦੀ 52 ਬਾਣੀ ਅੰਦਰ ਦੱਸਿਆ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਪਰਮੇਸ਼ਰ ਨੇ ਇੱਕ ਫੁਰਨੇ ਮਾਤਰ ਹੀ ਸਾਰਾ ਸੰਸਾਰ ਪੈਦਾ ਕੀਤਾ। ਪ੍ਰਿਥਵੀ ਕਦੋਂ ਬਣੀ ਹੈ, ਕਿਵੇਂ ਬਣੀ ਹੈ, ਜਾ ਕਰਤਾ ਸਿਰ ਠੀਕਉ ਸਾਜੇ, ਆਪੇ ਜਾਣੇ ਸੋਈ। ਪਰਮੇਸ਼ਰ ਆਪ ਹੀ ਜਾਣਦਾ ਵੀ ਪ੍ਰਿਥਵੀ ਕਦੋਂ ਕਿਸ ਤਰ੍ਹਾਂ ਕਿਸ ਵਿਧੀ ਨਾਲ ਬਣਾਈ, ਉਹ ਪਰਮੇਸ਼ਰ ਜਾਣੇ। ਤੋ ਇਹ ਜਿਹੜੇ ਹਿੰਦੂ ਜਾਂ ਸਨਾਤਨ ਗ੍ਰੰਥਾਂ ਅੰਦਰ ਭਾਗਵਤ ਪੁਰਾਣ ਵਿੱਚ ਜੈਸੀ ਕਥਾ ਆਉਂਦੀ ਹੈ, ਉਹ ਕਵੀ ਨੇ ਇੱਥੇ ਭਾਗਵਤ ਪੁਰਾਣ ਦਾ ਉਲੱਥਾ ਕੀਤਾ। ਉਹਨਾਂ ਦੀ ਮਿੱਝ ਤੋਂ ਇਹ ਸਾਰੀ ਪ੍ਰਿਥਵੀ ਹੋਂਦ ਵਿੱਚ ਆਈ। ਜਿਸ ਸਮੇਂ ਜਲ ਸੀਗਾ, ਜਿੱਥੇ ਭਗਵਾਨ ਵਿਸ਼ਨੂੰ ਚੌਂਕੜਾ ਲਾ ਕੇ ਬੈਠੇ, ਉੱਥੇ ਉਹਨਾਂ ਦੀ ਮਿੱਝ ਨਹੀਂ ਸੀ ਪਹੁੰਚੀ। ਉਹ ਥਾਂ ਕੁਰੂਕਸ਼ੇਤਰ ਦਾ ਮੰਨਿਆ ਜਾਂਦਾ। 48 ਕੋਹ, ਇਸ 48 ਕੋਹ ਦੇ ਅੰਦਰ ਕੁਰੂਕਸ਼ੇਤਰ ਦੀ ਧਰਤੀ ਤੇ ਭਗਵਾਨ ਨਾਰਾਇਣ ਚੌਂਕੜਾ ਲਾ ਕੇ ਬੈਠੇ ਸਨ, ਜਿਸ ਕਰਕੇ ਇਸ ਧਰਤੀ ਨੂੰ ਪਵਿੱਤਰ ਮੰਨਿਆ ਜਾਂਦਾ, ਦੈਂਤਾਂ ਦੀ ਮਿੱਝ ਤੋਂ ਰਹਿਤ ਹੈ। ਤੋ ਇਸੇ ਤਰ੍ਹਾਂ ਕੁਰੂ ਨਾਮੇ ਰਾਜਾ ਹੋਇਆ, ਜਿਹਦੀ ਅੱਗੇ ਅੰਸ਼ ਬੰਸ਼ ਚੋਂ ਕੌਰਵ ਪਾਂਡਵ ਹੋਏ ਹੈ। ਇਸ ਦਾ ਪਹਿਲਾ ਨਾਮ ਇੱਕ ਕੁਰੂ ਰਾਜੇ ਦੀ ਧਰਤੀ ਮੰਨੀ ਜਾਂਦੀ ਹੈ, ਕੁਰੂਕਸ਼ੇਤਰ। ਤੇ ਖੇਤਰ ਨਾਮ ਜੁੜਿਆ, ਖੇਤਰ ਨਾਮ ਮੈਦਾਨ ਦਾ, ਜੰਗ ਦਾ। ਜਦੋਂ ਮਹਾਭਾਰਤ ਦਾ ਯੁੱਧ ਹੋਇਆ, ਕੁਰੂ ਰਾਜੇ ਦੀ ਧਰਤੀ ਤੇ ਖੇਤਰ ਬਣਿਆ, ਜੰਗ ਦਾ ਮੈਦਾਨ, ਰਣ ਭਖਿਆ। ਉਦੋਂ ਇਸ ਦਾ ਨਾਮ ਖਾਲਸਾ ਜੀ ਕੁਰੂਕਸ਼ੇਤਰ ਨਾਮੇ ਇਹ ਨਗਰ ਮੈਦਾਨ ਬਣਿਆ। ਤੋ ਗਰੀਬ ਨਵਾਜ ਜੀਆਂ ਇਸ ਤਰ੍ਹਾਂ ਉਹ ਸਿੱਖਾਂ ਨੂੰ ਜਿਵੇਂ ਦੱਸਿਆ। ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਲਿਖਿਆ ਤਾਂ ਆਪ ਹੀ ਹੈ, ਪਰ ਗੁਰੂ ਅਮਰਦਾਸ ਮਹਾਰਾਜ ਦੇ ਵਿਧੀ ਨਾਲ ਮੁੱਖੋਂ ਕਹਾਇਆ ਇੱਥੇ ਦਰਸਾ ਰਹੇ ਆ ਗ੍ਰੰਥ ਅੰਦਰ। ਫਿਰ ਇੱਥੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਯਮੁਨਾ ਗਏ ਆ। ਯਮੁਨਾ ਦਾ ਮਹਾਤਮ ਸਿੱਖਾਂ ਗੁਰੂ ਅਮਰਦਾਸ ਜੀ ਮਹਾਰਾਜ ਪਾਸੋਂ ਪੁੱਛਿਆ ਕਿ ਗਰੀਬ ਨਵਾਜ ਜੀ ਯਮੁਨਾ ਦਾ ਕੀ ਮਹਾਤਮ ਹੈ, ਇਹ ਯਮੁਨਾ ਨਦੀ ਕਦੋਂ ਤੋਂ ਹੈ। ਤਾਂ ਉਹਦੀ ਬਾਬਤ ਮਹਾਰਾਜ ਜੀਆਂ ਜਿਵੇਂ ਦੱਸਿਆ ਕਿ
ਜਿਹੜਾ ਵਿਸ਼ਵਕਰਮਾ ਹੈ, ਸੁਬਰਚਲਾ ਨਾਮ ਦੀ ਉਹਦੀ ਪੁੱਤਰੀ ਹੋਈ ਹੈ, ਜਿਹੜੀ ਇਸ ਨੇ ਸੂਰਜ ਨੂੰ ਵਿਆਹੀ, ਜਿਸ ਦੇ ਘਰ ਅੱਗੇ ਜਿਹੜਾ ਹੈ ਇਹ ਜਮਨਾ ਨਾਮ ਦੀ ਪੁੱਤਰੀ ਪੈਦਾ ਹੋਈ। ਤੋ ਇਹ ਜਮਨਾ ਨਾਮ ਦੀ ਇਹਦੀ ਪੁੱਤਰੀ ਨੇ ਇਸ ਨਦੀ ਦੇ ਕੰਢੇ ਬੈਠ ਕੇ ਤਪ ਕੀਤਾ। ਫਿਰ ਇਹ ਵੀ ਭਾਗਵਤ ਪੁਰਾਣ ਵਿੱਚ ਜ਼ਿਕਰ ਆਉਂਦਾ ਕਿ ਇਹ ਕ੍ਰਿਸ਼ਨ ਭਗਵਾਨ ਨੂੰ ਵਿਆਹੀ ਸੀ, ਜਿਸ ਕਰਕੇ ਇਹਦਾ ਨਾਮ ਜਿਹੜਾ ਹੈ ਉਹ ਜਮਨਾ ਨਦੀ ਨਾਲ ਜੋੜ ਕੇ ਅਮਰ ਕੀਤਾ ਹੈ। ਜਾਂ ਇਉਂ ਵੀ ਮੰਨਦੇ ਆ ਕਿ ਜਮਨਾ ਉਹ ਸੂਰਜ ਦੀ ਪੁੱਤਰੀ ਇਉਂ ਇਸ ਧਰਤੀ ਤੇ ਅਮਰ ਹੋਈ ਤੇ ਜਲ ਰੂਪ ਧਾਰ ਕਰਕੇ ਕਾਲੇ ਰੰਗ ਅੰਦਰ ਵਹਿੰਦੀ ਹੈ, ਜਿਹੜੀ ਜਮਨਾ ਨਦੀ ਹੈ। ਇਸ ਤਰ੍ਹਾਂ ਇਹੋ ਜਿਹੇ ਬੇਅੰਤ ਤਰ੍ਹਾਂ ਦੇ ਪ੍ਰਸੰਗ ਇਹ ਵੇਦਾਂ ਸ਼ਾਸਤਰਾਂ ਵਿੱਚ ਸਾਧ ਸੰਗਤ ਜੀ ਆਉਂਦੇ ਹੈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਤਿਸ ਤੇ ਹੋਏ ਲੱਖ ਦਰਿਆਓ। ਸੰਸਾਰ ਜਿੰਨਾ ਵੀ ਪੈਦਾ ਹੋਇਆ ਸਾਰਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਓਅੰਕਾਰ ਉਚਾਰਨੇ ਮਾਤਰ ਹੀ ਹੋਇਆ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਪਏ, ਓਅੰਕਾਰ ਵੇਦ ਨਿਰਮਏ। ਤੋ ਇਹ ਜਾਣਨਾ ਕਰਨਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਸਿਧਾਂਤ, ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਸਿੱਖਿਆ, ਪਰਮੇਸ਼ਰ ਦੇ ਬਾਬਤ ਮਹਾਰਾਜ ਦੇ ਵਿਚਾਰ ਇਹ ਹੈ ਕਿ ਪਰਮੇਸ਼ਰ ਜੋ ਕਰਦਾ ਉਹੀ ਜਾਣਦਾ। ਪ੍ਰਾਣੀ ਦੀ ਇੰਨੀ ਗਮਤਾ ਨਹੀਂ, ਬੁੱਧੀ ਨਹੀਂ ਕਿ ਪਰਮੇਸ਼ਰ ਦੇ ਕੀਤੇ ਹੋਏ ਨੂੰ ਕੀਤੇ ਦਾ ਅੰਤ ਪਾ ਸਕੇ। ਤੋ ਅੱਗੇ ਖਾਲਸਾ ਜੀ ਫਿਰ ਜਥਾ ਹੁਣ ਪ੍ਰਸੰਗ ਆਰੰਭ ਹੁੰਦਾ ਹੈ ਕਿ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਯਮੁਨਾ ਤੋਂ ਅੱਗੇ ਵਾਪਸ ਫਿਰ ਮੁੜ ਆਏ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ। ਤੋ ਕੁਝ ਪ੍ਰਸੰਗ ਉਹ ਗੰਗਾ ਦਾ ਵੀ ਆਵੇਗਾ, ਉਹ ਸਾਰਾ ਜਥਾ ਆਉਂਦਾ ਹੈ। ਆਪਾਂ ਮਨ ਚਿੱਤ ਬਿਰਤੀਆਂ ਕਾਗਰ ਕਰਕੇ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਧਰੀਏ। ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਬਟਨ ਜਾਂ ਨੱਪ ਕੇ ਛੱਡ ਦਿਓ। ਸੁਨ ਸੰਗਤ ਨੇ ਹਰਖ ਉਪਾਇਆ, ਬੰਦ ਕਰ ਦੇਣਾ, ਕੀ ਵੇਣਾ ਖੜਾ। ਤੋ ਇਸ ਤਰ੍ਹਾਂ ਗੁਰੂ ਗਰੀਬ ਨਿਵਾਜ ਨੇ ਸਾਰੀ ਕਥਾ ਜਿਹੜੀ ਹੈ ਇਹ ਇਹਨਾਂ ਸੂਰਜ ਦੀ, ਜਮਨਾ ਦੀ ਹੋਰ ਉਹ ਬੇਅੰਤ ਜਿਹੜੀ ਕਥਾ ਨਾਲ ਰਲਵੀਂ ਆਈ ਗਰੀਬ ਨਿਵਾਜ ਜੀਆਂ ਨੇ ਦੱਸਣਾ ਕੀਤੀ। ਸਿੱਖਾਂ ਸੰਗਤਾਂ ਨੇ ਸੁਣੀ ਹੈ, ਮਨ ਵਿੱਚ ਬੜਾ ਚਾਅ ਪੈਦਾ ਹੋਇਆ ਹੈ, ਖੁਸ਼ੀ ਪੈਦਾ ਹੋਈ ਹੈ। ਜਾਂ ਐਂ ਕਹਿ ਲਓ ਵੀ ਇਹੋ ਜਿਹੀ ਜਿਹੜੀਆਂ ਅਟਕਲ ਪੱਚੂ ਵੀ ਜਿਹਦਾ ਕੋਈ ਮੂੰਹ ਸਿਰ ਨਾ ਹੋਇਆ, ਇਹੋ ਜਿਹੀ ਪੁਰਾਣਾਂ ਦੀ ਕਥਾ ਸੁਣ ਕੇ ਸਿੱਖ ਖੁਸ਼ ਹੋਏ ਹਨ। ਸਕਲ ਭੇਵ ਮਨ ਮਹਿ ਲਖ ਪਾਇਆ, ਤੇ ਸਾਰਾ ਇਹਨਾਂ ਪੈਦਾ ਹੋਇਆਂ ਦਾ ਭੇਵ ਮਨ ਵਿੱਚ ਇਹਨਾਂ ਨੇ ਜਾਣਨਾ ਕੀਤਾ ਸਿੱਖਾਂ ਨੇ। ਸ਼੍ਰੀ ਜਮਨਾ ਕੋ ਕਰ ਇਸ਼ਨਾਨਾ, ਇੱਥੇ ਜਮਨਾ ਨਦੀ ਨੂੰ ਪਵਿੱਤਰ ਕਰਨ ਵਾਸਤੇ ਗਰੀਬ ਨਿਵਾਜੀਆਂ ਇਸ਼ਨਾਨ ਕੀਤਾ ਹੈ। ਆਗੈ ਸਤਿਗੁਰ ਕੀਨ ਪਿਆਨਾ, ਇਥੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਅੱਗੇ ਚਾਲਾ ਪਾਇਆ ਹੈ। ਹੋਤੇ ਜਗਾਤੀ ਸੇ ਚੱਲ ਆਏ, ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਜਗਾਤੀ ਜਿਹਨੂੰ ਆ ਟੈਕਸ ਅਗਰਾਉਣ ਵਾਲੇ ਆ ਆਖਿਆ ਜਾਂਦਾ, ਉਹ ਜਗਾਤੀ ਕਹਿੰਦੇ ਸੀ ਉਦੋਂ। ਤੋ ਉਹ ਜਗਾਤੀ ਜਿਹੜੇ ਅਕਬਰ ਬਾਦਸ਼ਾਹ ਵੱਲੋਂ ਲਾਏ ਹੋਏ ਸੀ ਵੀ ਜਿੱਥੇ ਵੀ ਹਿੰਦੂਆਂ ਦੇ ਤੀਰਥ ਹਨ ਉਹਨਾਂ ਤੋਂ ਤੀਰਥ ਯਾਤਰਾ ਦੇ ਪੈਸੇ ਲਏ ਜਾਣ, ਫਿਰ ਉਹਨਾਂ ਨੂੰ ਇਸ਼ਨਾਨ ਕਰਨ ਦਿੱਤਾ ਜਾਵੇ। ਤੋ ਕਹਿੰਦੇ ਅੱਗੇ ਮਹਾਰਾਜ ਜਮਨਾ ਤੋਂ ਜਦੋਂ ਅੱਗੇ ਗਏ ਆ ਗੰਗਾ ਨੂੰ ਜਾਂਦਿਆਂ ਰਾਹ ਵਿੱਚ ਜਿਹੜੇ ਜਗਾਤੀ ਆਉਂਦੇ ਆ, ਟੈਕਸ ਉਗਰਾਉਣ ਵਾਲੇ ਆ, ਦਰਸ਼ਨ ਕਰ ਔਰ ਮਹਿ ਹਰ ਖਾਏ, ਉਹਨਾਂ ਵੀ ਭੀੜ ਸਮੇਤ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ ਸਿੱਖਾਂ ਸਮੇਤ।
ਤੇ ਬੜੇ ਜਗਾਤੀ ਵੀ ਖੁਸ਼ ਹੁੰਦੇ ਆ, ਲੋਕ ਹਜ਼ਾਰਾਂ ਬੰਧਨ ਕਰਤੇ। ਕਿਉਂਕਿ ਹਜ਼ਾਰਾਂ ਹੀ ਲੋਕ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਮੱਥੇ ਟੇਕ ਰਹੇ ਸਨ ਮਹਿਮਾ ਦੀਰਘ ਆਂਖ ਤੇ ਨਿਹਰਤੇ। ਉਹਨਾਂ ਨੇ ਆਪਦੀਆਂ ਅੱਖਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਦੀ ਬੜੀ ਮਹਿਮਾ ਜਾਣੀ ਵੀ ਇਹ ਤਾਂ ਬੜੇ ਮਹਾਨ ਗੁਰੂ ਆ ਜਿਨ੍ਹਾਂ ਨੂੰ ਸਾਰਾ ਸੰਸਾਰ ਹੀ ਮੱਥੇ ਟੇਕ ਰਿਹਾ। ਕਿੰਨੀ ਭੀੜ ਸਤਿਗੁਰਾਂ ਦੇ ਪਿੱਛੇ ਪਿੱਛੇ ਤੁਰੀ ਆ ਰਹੀ ਹੈ। ਇਹ ਵੇਖ ਕਰਕੇ ਉਹ ਵੀ ਕਰਤਾਰਥ ਹੋ ਗਏ ਹਨ। ਟੈਕਸ ਲੈਣ ਵਾਲੇ ਜਗਾਤੀ, ਤਰਾਸਤ ਭਏ ਜਗਾਤੀ ਹੇਰ। ਆ ਜਿਹੜੇ ਜਗਾਤੀ ਆ ਮਹਾਰਾਜ ਦੇ ਦਰਸ਼ਨ ਕਰਕੇ ਇੰਨੀ ਭੀੜ ਸੰਗਤਾਂ ਦਾ ਪ੍ਰੇਮ ਹੜ ਵੇਖਿਆ, ਇਹ ਵੀ ਸਾਰੇ ਜਿਹੜੇ ਜਗਾਤੀ ਆ ਹੈਰਾਨ ਹੋ ਰਹੇ ਹਨ ਤੇ ਮਹਾਰਾਜ ਦਾ ਭੈ ਮੰਨਦੇ ਆ। ਨਹੀਂ ਜੇ ਜਵਾਲੀ ਨ ਸਕੇਰ। ਇਹਨਾਂ ਮਹਾਰਾਜ ਪਾਸੋਂ ਤੇ ਸੰਗਤਾਂ ਪਾਸੋਂ ਕਿਸੇ ਤੋਂ ਇਹ ਜਗਾਤ ਨਹੀਂ ਲਈ, ਟੈਕਸ ਨਹੀਂ ਲਿਆ ਹੈ। ਡਰ ਕਰ ਨਮੋ ਕਰੀ ਪਗ ਤੇ ਆਏ। ਸਗੋਂ ਭੈ ਮੰਨ ਕੇ ਮਹਾਰਾਜ ਦਾ ਪ੍ਰਤਾਪ ਦਾ ਕਿ ਮੁੱਖੋਂ ਕੋਈ ਬਚਨ ਨਾ ਨਿਕਲ ਜਾਵੇ। ਇਹਨਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਹਾਥ ਜੋਰ ਬੋਲੇ ਹਿਤ ਪਾਏ। ਦੋਵੇਂ ਹੱਥ ਜੋੜ ਕੇ ਜਗਾਤੀ ਪ੍ਰੇਮ ਸਹਿਤ ਮਹਾਰਾਜ ਪਾਸ ਬੇਨਤੀ ਕੀਤੀ ਹੈ। ਸਤਿਗੁਰ ਕਰਨਾ ਦ੍ਰਿਸ਼ਟ ਨਿਹਾਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਸਾਡੇ ਵੱਲ ਵੀ ਮਿਹਰ ਦੀ ਨਜ਼ਰ ਰੱਖਿਓ, ਕਿਰਪਾ ਕਰੋ ਜੀ। ਨਿਜ ਸੰਗੀਲੇ ਸੰਗ ਸਿਧਾਰਾ। ਤੇ ਮਹਾਰਾਜ ਤੁਹਾਨੂੰ ਕੋਈ ਟੈਕਸ ਨਹੀਂ, ਆਪ ਦੇ ਨਾਲ ਦੀਆਂ ਸਾਰੀਆਂ ਸੰਗਤਾਂ ਲੈ ਕਰਕੇ ਤੇ ਬਿਨਾਂ ਕੁਝ ਮਾਇਆ ਦਿੱਤੀ ਤੋਂ ਲੰਘ ਜਾਣਾ ਕਰੋ। ਤਿਨ ਤੇ ਹਮ ਕੁਛ ਲੈ ਵਹਿ ਨਾਹੀ। ਮਹਾਰਾਜ ਤੁਹਾਥੋਂ ਤੇ ਤੁਹਾਡੀਆਂ ਸੰਗਤਾਂ ਜੋ ਪਿੱਛੇ ਆ ਰਹੀਆਂ, ਅਸੀਂ ਕਿਸੇ ਪਾਸੋਂ ਵੀ ਕੋਈ ਵੀ ਮਾਇਆ ਧੇਲਾ ਨਹੀਂ ਲਵਾਂਗੇ। ਤਰਾਸ ਆਪ ਕੋ ਤਰ ਉਰ ਮਾਹੀ। ਕਿਉਂਕਿ ਮਹਾਰਾਜ ਅਸੀਂ ਹਿਰਦੇ ਵਿੱਚ ਤੁਹਾਡਾ ਡਰ ਮੰਨਦੇ ਹਾਂ, ਭੈ ਮੰਨਦੇ, ਤੁਸੀਂ ਪਰਮੇਸ਼ਰ ਸਰੂਪ ਹੋ। ਕਰੂਰ ਬਾਕ ਨਹਿ ਕਹੀਐ ਕੋਏ। ਕਿਉਂਕਿ ਅਸੀਂ ਇਹ ਭੈ ਮੰਨਦੇ ਹਾਂ ਮਹਾਰਾਜ ਆਪ ਜੀ ਮੁਖੋਂ ਕੋਈ ਇਹੋ ਜਿਹਾ ਬਚਨ ਨਾ ਕਰ ਦੇਣਾ ਵੀ ਅਸੀਂ ਬੱਧੇ ਰਾਸ ਨਾ ਆਈਏ। ਮਹਾਰਾਜ ਸਾਨੂੰ ਤੁਹਾਡੇ ਚਰਨਾਂ ਦਾ ਪੂਰਾ ਪੂਰਾ ਭੈ ਹੈ। ਤੋ ਆਪ ਜੀ ਦੇ ਬਚਨਾਂ ਤੋਂ ਡਰ ਲੱਗਦਾ ਹੈ। ਲੇਹ ਜਨਾਮ ਤਜਹਿ ਹਮ ਸੋਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਇਹਨਾਂ ਸਾਰਿਆਂ ਨੂੰ ਲੈ ਕਰਕੇ ਤੇ ਚਲੇ ਜਾਓ। ਜਾਂ ਜਿਹੜਾ ਵੀ ਪਿੱਛੇ ਆਇਆ ਤੁਹਾਡਾ ਨਾਂ ਲਏਗਾ ਨਾ ਵੀ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਆਏ ਹਾਂ, ਅਸੀਂ ਕਿਸੇ ਤੋਂ ਵੀ ਟੈਕਸ ਨਹੀਂ ਲਵਾਂਗੇ, ਜਗਾਤ ਨਹੀਂ ਕੱਟਾਂਗੇ। ਅਪਰਣ ਤੇ ਧਨ ਲੇਤ ਜਗਾਤ। ਉਸ ਤਰ੍ਹਾਂ ਅਸੀਂ ਇੱਥੇ ਜਗਾਤ ਲੈਨੇ ਹਾਂ। ਜਗਾਤ ਦਾ ਧਨ ਜਿਹੜਾ ਨਾ ਜੋ ਵੀ ਇੱਥੋਂ ਲੰਘ ਕੇ ਜਾਂਦਾ ਤੀਰਥ ਯਾਤਰਾ ਨੂੰ ਸਾਰਿਆਂ ਤੋਂ ਲਈਦਾ ਹੈ। ਤਾ ਆਗੇ ਮਗ ਕੋ ਚੱਲ ਜਾਤ। ਤੇ ਫੇਰ ਅਸੀਂ ਗਾਂਹ ਰਸਤੇ ਜਾਣ ਦਿੰਦੇ ਹਾਂ। ਸੁਣ ਸ੍ਰੀ ਸਤਿਗੁਰ ਤਿਨ ਸੋ ਕਹਿਓ। ਇਹਨਾਂ ਤੋਂ ਸੁਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਬੋਲੇ ਐ, ਹਮ ਦੇਸ਼ ਤੇ ਜੇ ਕਰ ਡਰ ਰਹਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਸਾਡੇ ਪਾਸੋਂ ਤੁਸੀਂ ਭੈ ਮੰਨਦੇ ਹੋ ਤਾ ਸੁਨ ਨਾਮ ਨਾ ਕਹੀਐ ਕਾਹੂ। ਤੋ ਫਿਰ ਜਿਹੜਾ ਵੀ ਸਾਡਾ ਨਾਮ ਲਏਗਾ ਨਾ ਉਹਨੂੰ ਕਿਸੇ ਨੂੰ ਕੁਝ ਨਾ ਆਖਿਓ। ਜਿੰਨੀ ਪਿੱਛੇ ਸੰਗਤ ਆਉਂਦੀ ਹੈ, ਜੇ ਸਾਡੇ ਤੇ ਸ਼ਰਧਾ ਰੱਖਦੇ ਹੋ, ਪਿੱਛੇ ਆਉਂਦੀ ਸੰਗਤ ਤੋਂ ਕਿਸੇ ਪਾਸੋਂ ਵੀ ਤੁਸੀਂ ਮਾਇਆ ਨਾ ਲੈਣੀ। ਯਾਤਰੀ ਆਏ ਸਰਬ ਹਮ ਪਾਹੂ। ਕਿਉਂਕਿ ਸਾਰੇ ਯਾਤਰਾ ਕਰਨ ਵਾਲੇ ਜਿਹੜੇ ਯਾਤਰੀ ਹਨ ਸਾਰੇ ਦੇ ਸਾਰੇ ਸਾਡੇ ਨਾਲ ਆਏ ਆ। ਜੇ ਤੁਮ ਚਾਹਤ ਹਾ ਤਨ ਲੈਣਾ। ਬਾਕੀ ਫੇਰ ਵੀ ਵਿਚਾਰ ਬਣਾ ਲਓ, ਜੇ ਤੁਸੀਂ ਚਾਹੁੰਦੇ ਹੋ ਨਾ ਵੀ ਸਾਥੋਂ ਤੇ ਸਿੱਖਾਂ ਪਾਸੋਂ ਪੈਸੇ ਲੈਣੇ ਹਨ, ਜਗਾਤ ਕੱਟਣਾ ਹੈ, ਤਾ ਹਮ ਸੋ ਅਬ ਹੂੰ ਨ ਕਹਿ ਦੇਣਾ। ਵੀ ਫਿਰ ਸਾਨੂੰ ਹੁਣੇ ਹੀ ਕਹਿ ਦਿਓ ਵੀ ਅਸੀਂ ਇਹਨਾਂ ਪਾਸੋਂ ਪਿੱਛੇ ਸਿੱਖਾਂ ਤੋਂ ਟੈਕਸ ਲਵਾਂਗੇ, ਹੁਣੇ ਹੀ ਦੱਸ ਦੇਵੋ। ਪਿੱਛੇ ਤੇ ਨਹਿ ਰੋਕਹ ਕੋਈ। ਕਿਉਂਕਿ ਇਹ ਨਾ ਹੋਵੇ ਅਸੀਂ ਅੱਗੇ ਚਲੇ ਜਾਈਏ ਤੇ ਪਿੱਛੋਂ ਤੁਸੀਂ ਸਿੱਖਾਂ ਨੂੰ ਤੰਗ ਕਰੋ, ਮਾਇਆ ਮੰਗੋ। ਅਬ ਹਮ ਦੇਹ ਚਾਹ ਤਨ ਜੋਈ। ਤੇ ਨਹੀਂ ਹੁਣ ਦੱਸ ਦਿਓ ਵੀ ਜਿੰਨੀ ਮਾਇਆ ਚਾਹੀਦੀ ਹੈ ਸਿੱਖਾਂ ਦੀ ਵੀ ਕੱਟਣੀ ਹੈ ਤੇ ਹੁਣੇ ਹੀ ਸਾਰਾ ਲਗਾਨ ਟੈਕਸ ਜਿਹੜਾ ਜਗਾਤ ਸਾਡੇ ਪਾਸੋਂ ਹੁਣੇ ਹੀ ਲੈ ਲਓ, ਅਨੇਤਾ ਪਿੱਛੋਂ ਸਿੱਖਾਂ ਨੂੰ ਤੰਗ ਨਾ ਕਰਿਓ ਜੋ। ਸ਼੍ਰੀ ਸਤਿਗੁਰ ਜੇ ਤਿਕ ਤੁਮ ਸਾਥ। ਉਹ ਕਹਿੰਦੇ ਆ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਜਿੰਨੇ ਵੀ ਸਿੱਖ ਸੰਗਤਾਂ ਤੁਹਾਡੇ ਨਾਲ ਆਈਆਂ ਹਨ ਸੋ ਸਭ ਜਾਹੋ ਗਹਿ ਨਹਿ ਹਾਥ। ਮਹਾਰਾਜੋ ਤੁਹਾਡੇ ਨਾਲ ਜਿਹੜੀਆਂ ਸੰਗਤਾਂ ਆਈਆਂ ਕੋਈ ਉਹਨੂੰ ਪਕੜੂ ਨਹੀਂ,
ਅਸੀਂ ਉਹਨਾਂ ਨੂੰ ਰੋਕਾਂਗੇ ਨਹੀਂ। ਉਹ ਮਹਾਰਾਜ ਤੁਸੀਂ ਲੈ ਜਾਓ, ਇੱਥੋਂ ਅੱਗੇ ਚਲੇ ਜਾਓ। ਤਬ ਸ਼੍ਰੀ ਅਮਰਦਾਸ ਚੱਲ ਪਰੇ। ਇਥੋਂ ਸੁਣ ਕੇ ਇਹਨਾਂ ਦੀ ਬੇਨਤੀ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚੱਲੇ ਆ। ਲੋਕ ਹਜ਼ਾਰਾਂ ਸੰਗੀ ਕਰੇ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਦੇ ਪਿੱਛੇ ਆ ਰਹੀਆਂ। ਸੰਗਤਾਂ ਦਾ ਹੜ ਆ ਰਿਹਾ ਨਾਲ ਨਾਲ। ਪਿੱਛੇ ਜਿਸ ਤੇ ਗਹਿ ਕਰ ਮੰਗ। ਤੇ ਜੇ ਮਹਾਰਾਜ ਅੱਗੇ ਲੰਘ ਗਏ, ਕੁਝ ਸੰਗਤਾਂ ਲੰਘ ਗਈਆਂ। ਜਿਹੜੇ ਕੋ ਬਜ਼ੁਰਗ ਬੱਚੇ ਮਾਈਆਂ ਪਿੱਛੇ ਰਹਿ ਗਏ ਸਨ, ਉਹ ਜਦੋਂ ਇਹ ਜਗਾਤੀਆਂ ਪਾਸੋਂ ਲੰਘੇ ਹਨ, ਸੋ ਗੁਰ ਨਾਮ ਲੇਤ ਚੱਲ ਆਗੈ। ਤੇ ਸਾਰੇ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈਂਦੇ ਐ ਵੀ ਅਸੀਂ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਹਾਂ ਤੇ ਸਤਿਗੁਰਾਂ ਦੇ ਨਾਲ ਆਏ ਹਾਂ। ਜਦੋਂ ਵੀ ਸਿੱਖ ਕੋਈ ਵੀ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈਂਦਾ ਹੈ, ਹਮ ਤਾ ਗੁਰ ਕੇ ਸੰਗੀ ਤੇ ਅਹੈ। ਜਿਹੜਾ ਕਹਿ ਦਿੰਦਾ ਵੀ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਸੰਗਤ ਹਾਂ, ਸਤਿਗੁਰਾਂ ਦੇ ਨਾਲ ਆਏ ਹਾਂ। ਚੱਲੇ ਜਾਤ ਐਸੇ ਜਬ ਕਹੈ। ਜਦੋਂ ਕੋਈ ਐਂ ਕਹਿੰਦਾ ਹੈ ਤੇ ਉਹ ਜਗਾਤੀ ਉਹਨੂੰ ਛੱਡ ਦਿੰਦੇ ਆ, ਉਹ ਤੋਂ ਮਾਇਆ ਨਹੀਂ ਲੈਂਦੇ। ਇਸ ਤਰ੍ਹਾਂ ਸਿੱਖ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈ ਲੈ ਕੇ ਜਗਾਤੀਆਂ ਦੇ ਪਾਸ ਤੇ ਅੱਗੇ ਲੰਘੀ ਜਾਂਦੇ ਆ। ਤਿਸ ਦਿਨ ਸਗਰੇ ਮਹਿ ਨਰ ਨਾਰੀ। ਕਹਿੰਦੇ ਉਸ ਦਿਨ ਸਾਰਾ ਦਿਨ ਹੀ ਸਾਰੇ ਨਰ ਨਾਰੀਆਂ ਪੁਰਖ ਇਸਤਰੀਆਂ ਜਿੰਨੇ ਹਨ, ਜਬ ਰੋਕਹਿ ਗੁਰ ਨਾਮ ਉਚਾਰੀ। ਵੀ ਸਿੱਖਾਂ ਤਾਂ ਲੰਘਣਾ ਹੀ ਲੰਘਣਾ ਸੀ। ਹੋਰ ਵੀ ਤੀਰਥ ਯਾਤਰਾ ਕਰਨ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈ ਲੈ ਕੇ ਇੱਥੋਂ ਲੰਘ ਗਏ ਆ ਬਿਨਾਂ ਮਾਇਆ ਦਿੱਤੀ ਤੋਂ। ਤਿਸ ਕੋ ਤਿਆਗ ਹੈ ਜਾਹੇ ਸੁਖਾਰੂ। ਆ ਜਿਹੜਾ ਵੀ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈਂਦਾ ਹੈ, ਉਸੇ ਨੂੰ ਇਹ ਜਗਾਤੀ ਛੱਡ ਦਿੰਦੇ ਆ, ਲੰਘ ਜਾਣ ਦਿੰਦੇ ਹਨ। ਹਰਖਤ ਉਚਰਤ ਜੈ ਜੈਕਾਰੂ। ਤੇ ਜਿਹੜਾ ਵੀ ਲੰਘ ਕੇ ਜਾਂਦਾ ਹੈ ਤੇ ਖੁਸ਼ ਹੁੰਦਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਦੇ ਨਾਮ ਦੀ ਜੈ ਜੈਕਾਰ ਕਰਦਾ ਵੀ ਮਹਾਰਾਜ ਧੰਨ ਹੈ, ਜਿਨ੍ਹਾਂ ਦਾ ਨਾਮ ਲੈ ਕੇ ਜਗਾਤੀ ਛੱਡ ਦਿੰਦੇ ਹਨ। ਪਛਤਾਵਤ ਜੇ ਹੁਤੇ ਜਗਾਤੀ। ਜਿਹੜੇ ਜਗਾਤੀ ਹਨ ਉਹ ਟੈਕਸ ਉਗਰਾਉਣ ਵਾਲੇ, ਉਸ ਜਿਹੜੇ ਇਹਦੇ ਫੌਜਦਾਰ ਲੱਗੇ ਹੋਏ ਆ, ਉਹ ਬੜੇ ਝੂਰਦੇ ਹਨ, ਪਛਤਾਉਂਦੇ ਆ। ਆਜ ਨਹੀਂ ਕੋ ਦਾਮ ਅਗਾਤੀ। ਕਹਿੰਦੇ ਅੱਜ ਤਾਂ ਸਾਨੂੰ ਇੱਕ ਦਮੜੀ ਦੀ ਵੀ ਉਗਰਾਈ ਨਹੀਂ ਹੋਈ, ਕਿਸੇ ਪਾਸੋਂ ਵੀ ਇੱਕ ਦਵਾਨੀ ਨਹੀਂ ਪ੍ਰਾਪਤ ਹੋਈ ਹੈ। ਮੁਖ ਮੁੰਦਣ ਤਿਨ ਕੇ ਪੈ ਤੇ ਰਹੀ। ਇਹਨਾਂ ਦੇ ਮੂੰਹ ਦੰਦਲ ਪੈਰ ਹੀ ਪਾਵਣ ਚੁੱਪਚਾਪ ਖੜੇ ਹਨ। ਜਿਹੜਾ ਵੀ ਜਿਹਨੂੰ ਹੱਥ ਕਰਦੇ ਆ ਮਾਇਆ ਲੈਣ ਵਾਸਤੇ, ਉਹੀ ਕਹਿ ਦਿੰਦਾ ਵੀ ਮੈਂ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਆਇਆ। ਇਹ ਮਹਾਰਾਜ ਦਾ ਨਾਮ ਸੁਣ ਕੇ ਤੇ ਛੱਡੀ ਜਾਂਦੇ ਹਨ। ਇਸ ਕਰਕੇ ਚੁੱਪ ਖੜੇ ਆ ਤੇ ਬੜੇ ਪਛਤਾਉਂਦੇ ਹਨ ਵੀ ਅੱਜ ਕੋਈ ਵੀ ਮਾਇਆ ਨਹੀਂ ਪ੍ਰਾਪਤ ਹੋਈ ਹੈ। ਹਿਰਦੇ ਬਿਸੂਰਤ ਰੋਕਹਿ ਨਹੀਂ। ਤੇ ਵਿਚਾਰੇ ਝੂਰਦੇ ਆ ਗੁਰੂ ਅਮਰਦਾਸ ਮਹਾਰਾਜ ਦਾ। ਜੋ ਵੀ ਨਾਮ ਲੈਂਦਾ ਹੈ ਉਹਨੂੰ ਇਹ ਰੋਕਦੇ ਨਹੀਂ ਹਨ, ਡਰਦੇ ਮਹਾਰਾਜ ਤੋਂ। ਸਗਰੋ ਜਗਤ ਪਰਿਓ ਗੁਰ ਪਾਛੈ। ਕਵੀ ਜੀ ਕਹਿੰਦੇ ਇਸ ਤਰ੍ਹਾਂ ਸਾਰੇ ਦਾ ਸਾਰਾ ਸੰਸਾਰ ਹੀ ਮਾਨੋ ਗੁਰੂ ਅਮਰਦਾਸ ਮਹਾਰਾਜ ਦੇ ਪਿੱਛੇ ਲੰਘ ਗਿਆ ਹੋਵੇ। ਲੈ ਕੇ ਸਤੇ ਹਮ ਛੂਛੇ ਗਾਛੈ। ਇਹ ਕਹਿੰਦੇ ਆ ਵੀ ਅਸੀਂ ਹੁਣ ਕਿਹਦੇ ਤੋਂ ਮਾਇਆ ਲਈਏ, ਹੁਣ ਛੂਛੇ ਗਾਛੈ, ਮੁੜਾਂਗੇ ਖਾਲੀ ਮੁੜ ਕੇ ਜਾਵਾਂਗੇ। ਅੱਜ ਕਿਸੇ ਪਾਸੋਂ ਪੈਸਾ ਪ੍ਰਾਪਤ ਨਹੀਂ ਹੋਇਆ। ਤਿਸ ਦਿਨ ਕੀ ਨਹਿ ਮਿਲੀ ਜਗਾਤ। ਕਵੀ ਜੀ ਕਹਿੰਦੇ ਨਾ ਜਗਾਤੀਆਂ ਨੂੰ ਉਸ ਦਿਨ ਦੀ ਉਗਰਾਹੀ ਜਗਾਤ ਟੈਕਸ ਨਹੀਂ ਪ੍ਰਾਪਤ ਹੋਇਆ, ਐਨ ਬਿਲਕੁਲ ਖਾਲੀ ਰਹੇ, ਦਮੜੀ ਵੀ ਨਹੀਂ ਪ੍ਰਾਪਤ ਹੋਈ ਹੈ। ਬਸ ਨਹਿ ਚਲਤ ਰਹੇ ਪਛਤਾਤ। ਇਹਨਾਂ ਦਾ ਵਸ ਚੱਲਦਾ ਨਹੀਂ ਮਹਾਰਾਜ ਤੇ, ਹੁਣ ਵਸ ਕਿਹਦਾ ਚੱਲੇ। ਤੋ ਪਛੋਤਾ ਰਹੇ, ਆਪਸ ਵਿੱਚ ਹੀ ਗੱਲਾਂ ਕਰ ਕਰਕੇ ਝੋਰਾ ਮਨਾਉਂਦੇ ਆ। ਸ਼੍ਰੀ ਸਤਿਗੁਰ ਸਭ ਨਿਰਨ ਜਨਾਈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਸਾਰਿਆਂ ਮਨੁੱਖਾਂ ਨੂੰ, ਜੀਵਾਂ ਨੂੰ, ਸੰਗਤਾਂ ਨੂੰ ਇਹ ਜਣਾ ਦਿੱਤਾ। ਮਾਨੋ ਗੁਰੂ ਅਮਰਦਾਸ ਮਹਾਰਾਜ ਨੇ ਸਾਰਿਆਂ ਨੂੰ ਇਹ ਜਣਾ ਦਿੱਤਾ ਹੋਵੇ। ਵੱਡੇ ਭਾਗ ਜਿਸ ਲੇਹ ਸੋ ਪਾਈ। ਵੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੈ, ਜਿਹਦੇ ਵੱਡੇ ਭਾਗ ਹੁੰਦੇ ਆ, ਉਸੇ ਨੂੰ ਇਹ ਸੰਗਤ ਪ੍ਰਾਪਤ ਹੁੰਦੀ ਹੈ, ਉਸੇ ਨੂੰ ਸੰਗਤ ਨਾਲ ਮਿਲਣਾ ਬੈਠਣਾ ਪ੍ਰਾਪਤ ਹੁੰਦਾ ਹੈ। ਜਮ ਜਾਗਾਤੀ ਸਭ ਜਗ ਡੰਡਾ। ਜਿਹੜਾ ਸੰਸਾਰ ਵਿੱਚ ਜਾਗਾਤੀ ਹੈ, ਇੱਕ ਜਮ ਵੀ ਜਗਾਤੀ ਹੈ। ਕਰਮ ਧਰਮ ਪਾਖੰਡ ਜੋ ਦੀਸਾ ਤਿਸ ਜਮ ਜਾਗਾਤੀ ਲੂਟੈ। ਜਿਹੜਾ ਜਮ ਰੂਪੀ ਜਗਾਤੀ ਬੈਠਾ ਨਾ ਰਸਤੇ ਵਿੱਚ ਜੀਵਾਂ ਤੋਂ, ਪੁੰਨਾ ਰੂਪੀ ਟੈਕਸ ਲੈਣ ਵਾਲਾ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੋਵੇ
ਤੇ ਮਹਾਰਾਜ ਨੇ ਜਣਾ ਦਿੱਤਾ ਵੀ ਉਹਨੂੰ ਅਸੀਂ ਇਸ ਸੰਸਾਰ ਦੇ ਜਗਾਤੀਆਂ ਤੋਂ ਇਕੱਲਾ ਨਹੀਂ ਛਡਾਵਾਂਗੇ, ਉਹਨੂੰ ਅਸੀਂ ਇਸ ਜਮ ਦੇ ਪਾਸੋਂ ਵੀ ਛਡਾਉਣ ਦੀ ਸਮਰੱਥਾ ਰੱਖਦੇ ਹਾਂ। ਗੁਰੂ ਕੋ ਨਾਮ ਸੁਨਹਿ ਤਿਸ ਛੰਡੈ। ਜਿਵੇਂ ਇੱਥੇ ਜਿਹੜਾ ਲੰਘ ਗਏ ਹੋ ਨਾ, ਸਾਡਾ ਨਾਮ ਲੈ ਕਰਕੇ ਅਕਬਰ ਦੇ ਜਗਾਤੀਆਂ ਪਾਸੋਂ ਲੰਘ ਆਏ ਹੋ, ਉਸੇ ਤਰ੍ਹਾਂ ਤੁਸੀਂ ਸਾਡਾ ਨਾਮ ਲੈ ਕੇ ਜਾਂ ਜਿਹੜਾ ਸਿੱਖ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਵੇਗਾ, ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲਵੇਗਾ, ਕਵੀ ਜੀ ਕਹਿੰਦੇ ਉਹਨੂੰ ਜਮ ਵੀ ਨਹੀਂ ਪਕੜਨਗੇ, ਛੱਡ ਦੇਣਗੇ। ਜਿਹੜਾ ਮਹਾਰਾਜ ਦਾ ਆਖੇਗਾ ਵੀ ਮੈਂ ਗੁਰੂ ਅਮਰਦਾਸ ਮਹਾਰਾਜ ਦਾ ਸਿੱਖ ਹਾਂ। ਜਾਂ ਤੇ ਸਤਿਗੁਰ ਸ਼ਰਣੀ ਪਰੈ। ਇਸ ਕਰਕੇ ਸਾਰਾ ਸੰਸਾਰ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਸ਼ਰਨ ਵਿੱਚ ਪੈ ਰਿਹਾ ਹੈ। ਜਮ ਕੋ ਤਰਾਸ ਮਹਾ ਪਰ ਹਰੈ। ਤੇ ਜਿਹੜਾ ਮਹਾਰਾਜ ਦੀ ਚਰਨ ਸ਼ਰਨ ਵਿੱਚ ਪੈ ਜਾਂਦਾ, ਜਿਹੜਾ ਭੈੜਾ ਜਮ ਦਾ ਡਰ ਆ ਨਾ ਜੀਵਾਂ ਨੂੰ ਸਤਾਉਂਦਾ, ਜਿਹੜੇ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਸ਼ਰਨ ਪੈ ਜਾਂਦੇ ਆ, ਉਹਨਾਂ ਨੂੰ ਜਮ ਰਾਜਾ ਵੀ ਕੁਝ ਨਹੀਂ ਕਹਿੰਦਾ। ਨਾਮ ਸੁਣਤ ਸੁਤ ਭਾਣ ਡਰਿਓ ਹੈ, ਭੱਟਾ ਨੇ ਆਖਿਆ ਜਮ ਰਾਜਾ ਧਰਮ ਰਾਜਾ ਸੂਰਜ ਦਾ ਪੁੱਤਰ ਮੰਨਿਆ। ਕਹਿੰਦੇ ਸੂਰਜ ਦਾ ਪੁੱਤ ਵੀ ਡਰਦਾ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਸੁਣ ਕੇ। ਤੋ ਜਿਹੜੇ ਸਿੱਖ ਕਹਿੰਦੇ ਵੀ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਹਾਂ, ਤੋ ਕਵੀ ਜੀ ਕਹਿੰਦੇ ਜਮ ਵੀ ਉਹਨਾਂ ਦਾ ਕੁਝ ਨਹੀਂ ਵਿਗਾੜਦਾ, ਨਾਮ ਸੁਣ ਕੇ ਡਰ ਕੇ ਛੱਡ ਦਿੰਦੇ ਆ। ਜੈਸੇ ਤੁਰਕ ਜਗਾਤੀ ਅਬੈ। ਆ ਜਿਵੇਂ ਹੁਣ ਮਹਾਰਾਜ ਕਹਿੰਦੇ ਤੁਹਾਨੂੰ ਤੁਰਕਾਂ ਨੇ ਛੱਡ ਦਿੱਤਾ ਨਾ, ਜਗਾਤੀਆਂ ਨੇ ਤੁਹਾਨੂੰ ਛੱਡਿਆ ਹੈ। ਸੁਣ ਗੁਰ ਨਾਮ ਤੁਝੇ ਨਰ ਸਬੈ। ਤੇ ਇਸੇ ਤਰ੍ਹਾਂ ਗੁਰੂ ਦਾ ਨਾਮ ਸੁਣ ਕਰਕੇ ਜਿਵੇਂ ਸਾਰੇ ਸੰਗਤ ਨੂੰ ਛੱਡਿਆ ਜਗਾਤੀਆਂ ਨੇ, ਕਿਸੇ ਟੈਕਸ ਨਹੀਂ ਤੁਹਾਥੋਂ ਲੈਣਾ ਕੀਤਾ। ਅਬ ਪ੍ਰਤਾਛ ਕਰਕੇ ਦਿਖਰਾਈ। ਇਹ ਅਸੀਂ ਸੰਸਾਰ ਤੇ ਪ੍ਰਤਾਖੀ ਕਰਕੇ ਵਿਖਾ ਦਿੱਤਾ ਵੀ ਜਿਵੇਂ ਜਗਾਤੀ ਇੱਥੇ ਸੰਸਾਰ ਵਿੱਚ ਟੈਕਸ ਨਹੀਂ ਲੈਂਦੇ ਸਾਡੇ ਸਿੱਖਾਂ ਪਾਸੋਂ, ਉਸੇ ਤਰ੍ਹਾਂ ਜਮ ਰੂਪੀ ਜਗਾਤੀ ਪਰ ਉਥੇ ਜਿਹੜਾ ਅਗਲੇ ਰਸਤੇ ਜਦੋਂ ਪਰਲੋਕ ਨੂੰ ਜਾਈਦਾ ਉਥੇ ਜਮ ਜਗਾਤੀ ਟੈਕਸ ਨਹੀਂ ਲੈਂਦਾ ਹੈ। ਲੈ ਗੁਰ ਨਾਮ ਸੋ ਜਮ ਛੁਟਕਾਈ। ਉਥੇ ਜਾ ਕੇ ਜਿਹੜਾ ਵੀ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲਏਗਾ ਜਮਾਂ ਤੋਂ ਉਸ ਦਾ ਛੁਟਕਾਰਾ ਹੋ ਜਾਵੇਗਾ। ਤਿਸ ਦਿਨ ਤੇ ਗੁਰ ਕੇ ਸੰਗ ਭੀਰ। ਉਸੇ ਦਿਨ ਤੋਂ ਜਿਹੜੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਸੰਗਤ ਦੀ ਬੜੀ ਭਾਰੀ ਭੀੜ ਹੈ। ਭਈ ਅਧਿਕ ਮਗ ਚੱਲਹਿ ਬਹੀਰ। ਉਹ ਹੋਰ ਵਧਣ ਲੱਗ ਗਈ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਤਾਪ ਵੇਖ ਕੇ। ਤੋ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾ ਰਹੇ ਹੈ, ਪਿੱਛੇ ਮਹਾਰਾਜ ਦੇ ਸੰਗਤਾਂ ਜਾ ਰਹੀਆਂ ਹਨ। ਜਬ ਸੰਧਿਆ ਕਹਾ ਕਰ ਹੈ ਡੇਰੋ। ਜਦੋਂ ਸਾਧ ਸੰਗੀ ਸੰਧਿਆ ਹੋਈ, ਗੁਰੂ ਅਮਰਦਾਸ ਮਹਾਰਾਜ ਨੇ ਸੰਗਤਾਂ ਸਮੇਤ ਡੇਰਾ ਕੀਤਾ ਹੈ, ਆਪਣਾ ਪੜਾਅ ਕੀਤਾ ਹੈ। ਦਰਸ਼ਨ ਕੋ ਉਮਗਾਏ ਬਡੇਰੋ। ਤੇ ਮਹਾਰਾਜ ਦੇ ਦਰਸ਼ਨਾਂ ਨੂੰ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੋ ਰਿਹਾ ਹੈ। ਗੰਗਾ ਸੰਗ ਸਗਲ ਚੱਲ ਆਵੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਜਿੰਨੇ ਸਿੱਖ ਹਨ ਜਾਂ ਗੁਰੂ ਅਮਰਦਾਸ ਮਹਾਰਾਜ ਸਮੇਤ ਸਿੱਖਾਂ ਦੇ ਗੰਗਾ ਨਦੀ ਦੇ ਪਾਸ ਚੱਲ ਕੇ ਆਏ ਹੈ। ਕਰ ਬੰਦਾ ਹੈ ਗੁਰ ਦਰਸ਼ਨ ਪਾਵੈ। ਤੇ ਗੁਰੂ ਗਰੀਬ ਨਵਾਜ ਮਹਾਰਾਜ ਦੀ ਸਤਿਗੁਰਾਂ ਨੇ ਪੜਾ ਡੇਰਾ ਕੀਤਾ ਗੰਗਾ ਦੇ ਕੰਢੇ ਤੇ ਸਿੱਖ ਸੰਗਤਾਂ ਆਉਂਦੀਆਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ ਤੇ ਨਾਲ ਨਾਲ ਮਹਾਰਾਜ ਨੂੰ ਮੱਥੇ ਟੇਕ ਰਹੀਆਂ ਹਨ। ਜੈ ਜੈਕਾਰ ਪੁਕਾਰ ਉਚਾਰੈ। ਤੇ ਸਾਰੇ ਪਾਸੇ ਗੁਰੂ ਅਮਰਦਾਸ ਮਹਾਰਾਜ ਦੇ ਨਾਮ ਦੀ ਜੈ ਜੈਕਾਰ ਗੰਗਾ ਦੇ ਤਟ ਤੇ ਹੋ ਰਹੀ ਹੈ। ਮਿਲ ਸਤਿਗੁਰ ਕੋ ਆਨੰਦ ਧਾਰੈ। ਸੰਗਤਾਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਕੇ ਬੜਾ ਆਨੰਦ ਧਾਰਦੀਆਂ, ਬੜੇ ਖੁਸ਼ ਹੁੰਦੀਆਂ ਹਨ। ਇਸੀ ਰੀਤ ਸ੍ਰੀ ਗੰਗਾ ਗਏ। ਐਸੇ ਰੀਤ ਨਾਲ ਸੰਗਤਾਂ ਸਮੇਤ ਗੁਰੂ ਅਮਰਦਾਸ ਜੀ ਗੰਗਾ ਉੱਪਰ ਗਏ ਹਨ।